ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਅਮਰਦਾਸ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਬੌਲੀ ਦੀ ਪੁਟਾਈ ਜਦ ਪਾਣੀ ਤੱਕ ਪਹੁੰਚ ਗਈ ਤਾਂ ਅੱਗੇ ਰੋੜਾਂ ਦਾ ਕੜ ਆ ਗਿਆ। ਇਸ ਕੜ ਨੂੰ ਮਾਣਕ ਚੰਦ ਪੱਥਰੀਏ ਖੱਤਰੀ ਨੇ ਜਦ ਬਹੁਤ ਮਿਹਨਤ ਨਾਲ ਤੋੜ ਦਿੱਤਾ ਤਾਂ ਕੜ ਦੇ ਟੁੱਟਣ ਨਾਲ ਹੇਠੋਂ ਇੱਕਦਮ ਹੀ ਪਾਣੀ ਬਹੁਤ ਜ਼ੋਰ ਨਾਲ ਉੱਪਰ ਉੱਠਿਆ, ਜਿਸ ਵਿੱਚ ਮਾਣਕ ਚੰਦ ਡੁੱਬ ਗਿਆ। ਸਿੱਖ ਉਸਦੇ ਸੁਹਾਸਹੀਨ ਸਰੀਰ ਨੂੰ ਪਾਣੀ ਵਿੱਚੋਂ ਕੱਢ ਕੇ ਗੁਰੂ ਜੀ ਪਾਸ ਲੈ ਆਏ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜੇਕਰ ਇਹ ਮਾਣਕ ਹੈ ਤਾਂ ਮਰੇਗਾ ਨਹੀਂ। ਫਿਰ ਆਪ ਜੀ ਨੇ ਆਪਣਾ ਸੱਜਾ ਪੈਰ ਮਾਣਕ ਚੰਦ ਦੇ ਮੱਥੇ ਤੇ ਲਾ ਕੇ ਆਖਿਆ, ਉੱਠ ਮਾਣਕ, ਸਤਨਾਮ ਆਖ। ਇਸ ਬਚਨ ਨਾਲ ਮਾਣਕ ਚੰਦ ਇਸ ਤਰ੍ਹਾਂ ਉੱਠ ਕੇ ਬੈਠ ਗਿਆ ਜਿਸ ਤਰ੍ਹਾਂ ਸੁੱਤਾ ਹੋਇਆ ਉੱਠਿਆ ਹੈ। ਉਸ ਦਿਨ ਤੋਂ ਗੁਰੂ ਜੀ ਨੇ ਉਸ ਦਾ ਨਾਮ ਜੀਵੜਾ ਰੱਖ ਦਿੱਤਾ। ਵੈਰੋਵਾਲ ਵਿੱਚ ਇਸ ਦੀ ਅੰਸ਼ ਦੇ ਜਿਉੜ ਬਾਵੇ ਪ੍ਰਸਿੱਧ ਹਨ। ਜਦ ਬੌਲੀ ਤਿਆਰ ਹੋ ਗਈ ਤਾਂ ਗੁਰੂ ਜੀ ਨੇ ਇਸ ਦੀਆਂ 84 ਪੌੜੀਆਂ ਗਿਣ ਕੇ ਬਚਨ ਕੀਤਾ ਕਿ ਜਿਹੜਾ ਨਰ ਨਾਰੀ ਇਹਨਾਂ 84 ਪੌੜੀਆਂ ਉੱਤੇ ਬੌਲੀ ਵਿੱਚ 84 ਵਾਰ ਇਸ਼ਨਾਨ ਕਰਕੇ ਜਪਜੀ ਸਾਹਿਬ ਦੇ 84 ਪਾਠ ਕਰੇਗਾ, ਉਸ ਦਾ ਜਨਮ ਮਰਨ ਵਿੱਚ 84 ਕੱਟੀ ਜਾਏਗੀ। ਜਦ ਸਿੱਖਾਂ ਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਬੜੇ ਉਤਸ਼ਾਹ ਨਾਲ ਬੌਲੀ ਵਿੱਚ ਇਸ਼ਨਾਨ ਕਰਕੇ ਹਰ ਇੱਕ ਪੌੜੀ ਉੱਤੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਨੇ ਇਹਨਾਂ ਬਚਨਾਂ ਦੀ ਪਾਲਣਾ ਸਿੱਖ ਮਾਈ ਭਾਈ ਅੱਜ ਤੱਕ ਬੜੇ ਪ੍ਰੇਮ ਤੇ ਸ਼ਰਧਾ ਨਾਲ ਕਰਕੇ ਆਪਣਾ ਜਨਮ ਮਰਨਾ ਸਫਲਾ ਕਰਦੇ ਹਨ। ਇੱਕ ਦਿਨ ਭਾਈ ਪਾਰੋ ਨੇ ਬੇਨਤੀ ਕੀਤੀ, ਮਹਾਰਾਜ, ਦੂਰ ਦੂਰ ਤੋਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਅੱਗੇ ਪਿੱਛੇ ਹੋ ਕੇ ਵੱਖ-ਵੱਖ ਸਮਿਆਂ ਤੇ ਆਉਂਦੀਆਂ ਹਨ, ਜਿਸ ਕਰਕੇ ਸਾਰੀ ਸੰਗਤ ਦਾ ਇੱਕ ਦੂਜੇ ਨਾਲ ਮੇਲ ਮਿਲਾਪ ਤੇ ਜਾਣ ਪਛਾਣ ਨਹੀਂ ਹੁੰਦੀ। ਇਸ ਕਰਕੇ ਸੰਗਤਾਂ ਦੇ ਇਕੱਠ ਵਾਸਤੇ ਇੱਕ ਦਿਨ ਨਿਯਤ ਕਰਕੇ ਸਭ ਨੂੰ ਸੱਦਾ ਪੱਤਰ ਭੇਜਣੇ ਚਾਹੀਦੇ ਹਨ। ਇਸ ਨਾਲ ਸੰਗਤ ਦਾ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਤੇ ਸਿੱਖੀ ਸੰਬੰਧ ਵਧੇਗਾ। ਗੁਰੂ ਜੀ ਨੇ ਕਿਹਾ, ਇਹ ਤੇਰਾ ਵਿਚਾਰ ਠੀਕ ਹੈ। ਸਭ ਸੰਗਤਾਂ ਨੂੰ ਚਿੱਠੀਆਂ ਲਿਖ ਦਿਓ ਕਿ ਸਾਰੇ ਵਿਸਾਖੀ ਵਾਲੇ ਦਿਨ ਇੱਥੇ ਆਓ। ਆਗਿਆ ਅਨੁਸਾਰ ਹੁਕਮਨਾਮੇ ਲਿਖੇ ਗਏ, ਜਿਨ੍ਹਾਂ ਨੂੰ ਪੜ੍ਹ ਕੇ ਬੇਅੰਤ ਦੂਰ ਨੇੜੇ ਦੀਆਂ ਸੰਗਤਾਂ ਗੋਇੰਦਵਾਲ ਪਹੁੰਚ ਗਈਆਂ। ਅਟੁੱਟ ਲੰਗਰ ਬਿਨਾਂ ਜਾਤ ਪਾਤ ਦੇ ਭਰਮ ਦੇ ਪੰਗਤਾਂ ਵਿੱਚ ਬਿਠਾਲ ਕੇ ਸੰਗਤਾਂ ਨੂੰ ਵਰਤਣ ਲੱਗਾ। ਆਪਸ ਵਿੱਚ ਮੇਲ ਮਿਲਾਪ ਕਰਕੇ ਸੰਗਤਾਂ ਵਿੱਚ ਬੜਾ ਉਤਸ਼ਾਹ ਤੇ ਪ੍ਰੇਮ ਪਿਆਰ ਵਧਿਆ। ਤਦੋਂ ਤੋਂ ਗੋਇੰਦਵਾਲ ਵਿਸਾਖੀ ਦਾ ਮੇਲਾ ਲੱਗਦਾ ਆ ਰਿਹਾ ਹੈ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਜੀ ਨੇ, ਜਿਨ੍ਹਾਂ ਦੇ ਦਰਸ਼ਨ ਹੀ ਤੀਰਥ ਹਨ, ਉਹਨਾਂ ਨੇ ਤੀਰਥ ਯਾਤਰਾ ਕਰਨ ਦੀ ਇੱਛਾ ਕੀਤੀ। ਸਿੱਖ ਸੰਗਤ ਨੂੰ ਨਾਲ ਲੈ ਕੇ ਆਪ ਜੀ ਚੱਲ ਪਏ ਅਤੇ ਨਿੱਕੀਆਂ ਨਿੱਕੀਆਂ ਮੰਜ਼ਿਲਾਂ ਕਰਕੇ ਪਹੋਏ ਸੁਰਸਤੀ ਨਦੀ ਦੇ ਕਿਨਾਰੇ ਪਹੁੰਚ ਗਏ। ਇੱਥੇ ਜਦ ਸੰਗਤਾਂ ਨੇ ਇਸ ਤੀਰਥ ਦਾ ਮਹਾਤਮ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਕਿ ਇੱਥੇ ਕੁਰੂਕਸ਼ੇਤਰ ਦੀ ਧਰਤੀ ਉੱਤੇ ਵਿਸ਼ਵਾਮਿੱਤਰ ਆਦਿਕ ਬਹੁਤ ਰਿਖੀਆਂ ਨੇ 48 ਕੋਹਾਂ ਵਿੱਚ ਬੈਠ ਕੇ ਤਪ ਕੀਤੇ ਹਨ। ਜਦ ਬਹੁਤ ਅਣਗਿਣਤ ਰਿਸ਼ੀਆਂ ਦੀ ਭੀੜ ਕਰਕੇ ਉਹਨਾਂ ਦੇ ਬੈਠਣ ਵਾਸਤੇ ਥਾਂ ਨਾ ਰਹੀ ਤਾਂ ਉਹਨਾਂ ਨੇ ਸੁਰਸਤੀ ਨਦੀ ਦੀ ਆਰਾਧਨਾ ਕਰਕੇ ਆਖਿਆ ਕਿ ਹੇ ਦੇਵੀ, ਸਾਨੂੰ ਬੈਠਣ ਵਾਸਤੇ ਥਾਂ ਦਿਓ। ਤਦ ਸੁਰਸਤੀ ਨਦੀ ਦੇ 2 ਕੋਹ ਪਿੱਛੇ ਹਟ ਗਈ ਤੇ ਰਿਸ਼ੀਆਂ ਨੂੰ ਬੈਠ ਕੇ ਤਪ ਕਰਨ ਵਾਸਤੇ ਥਾਂ ਮਿਲ ਗਈ। ਫਿਰ ਆਪ ਜੀ ਨੇ ਇੱਕ ਮੰਕਣ ਰਿਸ਼ੀ ਦੀ ਗੱਲ ਸੁਣਾਈ ਕਿ ਉਸਨੇ ਇੱਥੋਂ ਪਹੋਏ ਤੋਂ 3 ਕੋਹ ਦੂਰ ਸੁਰਸਤੀ ਦੇ ਕਿਨਾਰੇ ਬੈਠ ਕੇ ਬੜਾ ਕਠਿਨ ਤਪ ਕੀਤਾ। ਇੱਕ ਦਿਨ ਕਿਸੇ ਤਰ੍ਹਾਂ ਉਸ ਦੀ ਉਂਗਲੀ ਨੂੰ ਚੀਰ ਆ ਗਿਆ। ਉਸ ਵਿੱਚੋਂ ਲਹੂ ਦੀ ਥਾਂ ਹਰੇ ਪੱਤੇ ਦੇ ਪਾਣੀ ਵਾਂਗੂ ਹਰਾ ਪਾਣੀ ਨਿਕਲਿਆ। ਇਸ ਨੂੰ ਵੇਖ ਕੇ ਮੁਨੀ ਖੁਸ਼ੀ ਨਾਲ ਟੱਪਣ ਲੱਗ ਗਿਆ। ਉਸਨੇ ਨਾਲ ਹੀ ਉਸਦੇ ਤਪ ਦੇ ਪ੍ਰਭਾਵ ਕਰਕੇ ਸਾਰੇ ਸੰਸਾਰੀ ਜੀਵ ਨੱਚਣ ਲੱਗ ਗਏ। ਤਦ ਦੇਵਤਿਆਂ ਨੇ ਸ਼ਿਵਾ ਅੱਗੇ ਬੇਨਤੀ ਕੀਤੀ ਕਿ ਮੰਕਣ ਰਿਸ਼ੀ ਨੂੰ ਨੱਚਣ ਤੋਂ ਹਟਾਓ, ਸੰਸਾਰੀ ਲੋਕ ਬੜੇ ਦੁਖੀ ਹਨ। ਦੇਵਤਿਆਂ ਦੀ ਬੇਨਤੀ ਪ੍ਰਵਾਨ ਕਰਕੇ ਸ਼ਿਵ ਜੀ ਨੇ ਆਪਣਾ ਭੇਸ ਬਦਲ ਕੇ ਰਿਸ਼ੀ ਨੂੰ ਪੁੱਛਿਆ ਕਿ ਆਪ ਕਿਸ ਕਾਰਨ ਨੱਚ ਰਹੇ ਹੋ।
ਮੰਕਨ ਨੇ ਕਿਹਾ, ਮੈਂ ਇਤਨਾ ਕਠਿਨ ਤਪ ਕੀਤਾ ਹੈ ਕਿ ਮੇਰੇ ਸਰੀਰ ਵਿੱਚੋਂ ਲਹੂ ਦੀ ਥਾਂ ਪਾਣੀ ਵਹਿ ਰਿਹਾ ਹੈ। ਇਸ ਖੁਸ਼ੀ ਵਿੱਚ ਮੈਂ ਨੱਚ ਰਿਹਾ ਹਾਂ। ਤਦ ਸ਼ਿਵ ਜੀ ਨੇ ਆਪਣੀ ਉਂਗਲੀ ਚੀਰ ਕੇ ਉਸ ਵਿੱਚੋਂ ਸਵਾਹ ਕੱਢ ਕੇ ਵਿਖਾਈ ਅਤੇ ਕਿਹਾ ਕਿ ਵੇਖ, ਮੇਰੇ ਸਰੀਰ ਵਿੱਚ ਪਾਣੀ ਵੀ ਨਹੀਂ ਰਿਹਾ, ਸਰੀਰ ਸਵਾਹ ਹੋ ਗਿਆ ਹੈ। ਮੈਨੂੰ ਫਿਰ ਵੀ ਕੋਈ ਖੁਸ਼ੀ ਨਹੀਂ ਹੋਈ ਤੇ ਤੂੰ ਪਾਣੀ ਵੇਖ ਕੇ ਹੀ ਨੱਚਣ ਲੱਗਾ ਹੈ। ਇਹ ਗੱਲ ਸੁਣ ਕੇ ਉਹ ਰਿਸ਼ੀ ਫਿਰ ਬੈਠ ਕੇ ਹੋਰ ਤਪ ਕਰਨ ਲੱਗ ਗਿਆ ਅਤੇ ਜਗਤ ਦੇ ਜੀਵਾਂ ਨੂੰ ਸ਼ਾਂਤੀ ਪ੍ਰਾਪਤ ਹੋ ਗਈ। ਇੱਥੋਂ ਚੱਲ ਕੇ ਗੁਰੂ ਜੀ ਨੇ ਥਾਨੇਸਰ ਜਾ ਡੇਰਾ ਕੀਤਾ। ਇੱਥੇ ਬੈਠ ਕੇ ਆਪ ਜੀ ਨੇ ਸੰਗਤ ਨੂੰ ਦੱਸਿਆ ਕਿ ਕੌਰਵਾਂ ਪਾਂਡਵਾਂ ਦੇ ਮਹਾਭਾਰਤ ਦੇ ਯੁੱਧ ਸਮੇਂ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਰਮਯੋਗੀ ਬਣਨ ਦਾ ਉਪਦੇਸ਼ ਦਿੱਤਾ ਸੀ, ਜਿਸ ਦੇ ਫਲ ਸਰੂਪ ਗੀਤਾ ਬਣੀ। ਇਹ ਅਸਥਾਨ ਜੋਤੀਸਰ ਤੀਰਥ ਦੇ ਨਾਮ ਨਾਲ ਪ੍ਰਸਿੱਧ ਹੈ। ਇੱਥੇ ਗੁਰੂ ਜੀ ਨੇ ਸਤਸੰਗ ਵਿੱਚ ਸਾਰੇ ਮਤਾਂ ਦੇ ਜੋਗੀ, ਸੰਨਿਆਸੀ, ਪੰਡਤ ਅਤੇ ਬੈਰਾਗੀ ਆਦਿ ਬਹੁਤ ਆਏ। ਇਹਨਾਂ ਵਿੱਚ ਪੰਡਤਾਂ ਦੇ ਜੋਗੀਆਂ ਨੇ ਪੁੱਛਿਆ, ਮਹਾਰਾਜ, ਗੁਰੂ ਨਾਨਕ ਜੀ ਨੇ ਜਿਹੜੀ ਆਪਣੀ ਬਾਣੀ ਉਚਾਰਨ ਕੀਤੀ ਹੈ ਉਸ ਦਾ ਕੀ ਕਾਰਨ ਹੈ, ਜਦੋਂ ਕਿ ਵੇਦਾਂ ਪੁਰਾਣਾਂ ਵਿੱਚ ਪਹਿਲਾਂ ਹੀ ਸਭ ਕੁਝ ਲਿਖਿਆ ਹੋਇਆ ਹੈ। ਇਸ ਤੁਹਾਡੀ ਨਵੀਂ ਰਚਨਾ ਦਾ ਕੀ ਲਾਭ? ਇਸ ਦੇ ਉੱਤਰ ਵਿੱਚ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਮਹੱਲਾ ਤੀਜਾ, ਗੌੜੀ ਬੈਰਾਗਣ। ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕੀਆ ਧਰਤੀ ਮਦੇ ਪਾਣੀ ਨਾਹੀ। ਜੈਸੇ ਧਰਤੀ ਮਦੇ ਪਾਣੀ ਪਰ ਗਾਸਿਆ, ਬਿਨ ਪਗਾ ਵਰਸਤ ਫੇਰਾਹੀ। ਬਾਬਾ ਤੂੰ ਐਸਾ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ, ਰੇ ਤੈਸਾ ਜਾਈ ਸਮਾਹੀ। ਰਹਾਓ। ਭਾਵ ਜਿਸ ਧਰਤੀ ਉੱਤੇ ਮੀਂਹ ਪੈਂਦਾ ਹੈ ਕਿ ਉਸ ਧਰਤੀ ਵਿੱਚ ਅੱਗੇ ਪਾਣੀ ਨਹੀਂ ਹੈ। ਜਿਸ ਤਰ੍ਹਾਂ ਧਰਤੀ ਵਿੱਚ ਪਾਣੀ ਪ੍ਰਗਟ ਹੈ, ਜੋ ਨਿਰਯਤਨ ਹੀ ਸਭ ਨੂੰ ਪ੍ਰਾਪਤ ਹੁੰਦਾ ਹੈ, ਫਿਰ ਵੀ ਮੀਂਹ ਦਾ ਪਾਣੀ ਉਸ ਉੱਤੇ ਵਰਦਾ ਫਿਰਦਾ ਹੈ। ਇਸੇ ਤਰ੍ਹਾਂ ਹੀ ਹੇ ਭਾਈ, ਤੂੰ ਆਪਣਾ ਭਰਮ ਮਿਟਾ ਦੇ। ਵੇਦਾਂ ਪੁਰਾਣਾਂ ਦੇ ਹੁੰਦਿਆਂ ਵੀ ਇਹ ਗੁਰੂ ਨਾਨਕ ਜੀ ਦੀ ਬਾਣੀ ਲੋੜਵੰਦੀ ਤੇ ਲਾਭਦਾਇਕ ਹੈ। ਜੋ ਕੁਝ ਵੇਦਾਂ ਪੁਰਾਣਾਂ ਦੀ ਬਾਣੀ ਕਰਦੀ ਹੈ, ਉਹੀ ਕੁਝ ਇਹ ਬਾਣੀ ਕਰਨ ਯੋਗ ਹੈ। ਅਤੇ ਵੈਸੇ ਹੀ ਜਿਵੇਂ ਮੀਂਹ ਦਾ ਪਾਣੀ ਧਰਤੀ ਦੇ ਪਾਣੀ ਵਿੱਚ ਹੀ ਸਮਾਉਂਦਾ ਹੈ, ਇਹ ਬਾਣੀ ਵੀ ਉਸ ਵੇਦਾਂ ਪੁਰਾਣਾਂ ਤੋਂ ਧੇਈ ਪਰਮਾਤਮਾ ਵਿੱਚ ਹੀ ਜਾ ਮਿਲਦੀ ਹੈ। ਅਰਥਾਤ ਵੇਦਾਂ ਪੁਰਾਣਾਂ ਦੀ ਬਾਣੀ ਹਰ ਇੱਕ ਪ੍ਰਾਣੀ ਦੀ ਸਮਝ ਗੋਚਰੀ ਨਹੀਂ ਹੈ। ਫਿਰ ਇਸ ਦੇ ਪੜ੍ਹਨ ਦਾ ਅਧਿਕਾਰ ਵੀ ਸਾਰਿਆਂ ਨੂੰ ਇੱਕ ਬਰਾਬਰ ਨਹੀਂ ਹੈ, ਪਰ ਇਹ ਗੁਰੂ ਦੀ ਬਾਣੀ ਹਰ ਇੱਕ ਦੀ ਸਮਝ ਵਿੱਚ ਆ ਜਾਂਦੀ ਹੈ ਅਤੇ ਇਸ ਦੇ ਪੜ੍ਹਨ ਸੁਣਨ ਦਾ ਸਭ ਊਚ ਨੀਚ ਨੂੰ ਵੀ ਅਧਿਕਾਰ ਹੈ। ਆਪ ਜੀ ਦੇ ਇਹ ਬਚਨ ਸੁਣ ਕੇ ਸਾਰਿਆਂ ਦੇ ਸੰਸ਼ੇ ਨਿਵਰਤ ਹੋ ਗਏ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਜੈ ਜੈਕਾਰ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੇਕਰ ਤੁਹਾਨੂੰ ਇਹ ਕਥਾ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਜੇਕਰ ਦਾਸ ਕੋਲੋਂ ਕੋਈ ਭੁੱਲਣਾ ਹੋ ਜਾਏ ਤਾਂ ਦਾਸ ਨੂੰ ਮਾफ़ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।